ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਬੀਤੇ ਦਿਨੀ ਕੈਨੇਡੀਅਨ ਸਾਊਥ ਏਸ਼ੀਅਨ ਟਾਸਕ ਫੋਰਸ ਫਾਰਮ ਕੀਤੀ ਗਈ ਹੈ ਤਾਂ ਜੋ ਖਾਸ ਤੌਰ ਤੇ ਸਾਊਥ ਏਸ਼ੀਅਨ ਕਮਿਊਨਿਟੀ ਤੱਕ ਉਹਨਾਂ ਦੀ ਲੈਂਗੁਏਜਸ ਵਿੱਚ COVID-19 ਦੀ ਇਨਫੋਰਮੇਸ਼ਨ ਪਹੁੰਚਾਈ ਜਾ ਸਕੇ। ਕੀ ਹੈ ਟਾਸਕ ਫੋਰਸ ਅਤੇ ਕਿਵੇਂ ਕੰਮ ਕਰ ਰਹੀ ਹੈ, ਐਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਸਾਊਥ ਏਸ਼ੀਅਨ ਟਾਸਕ ਫੋਰਸ, ਜਿਸ ਦੇ ਵਿੱਚ ਕਈ ਡਾਕਟਰਸ, ਕਈ ਮੈਂਬਰਸ, ਕਈ ਵਲੰਟੀਅਰਸ ਸ਼ਾਮਲ ਨੇ ਤੇ ਜੋ ਰਲ ਕੇ ਕੰਮ ਕਰ ਰਹੇ ਨੇ ਇਸ ਸੰਬੰਧੀ ਕਿ COVID-19 ਦੀ ਸਹੀ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਲੋਕਾਂ ਤੱਕ ਪਹੁੰਚਾਈ ਜਾਏ। ਸਭ ਤੋਂ ਪਹਿਲਾਂ ਜਾਣਦੇ ਹਾਂ ਆਖਿਰ ਕੀ ਹੈ ਟਾਸਕ ਫੋਰਸ ਅਤੇ ਕਿਵੇਂ ਕੰਮ ਕਰ ਰਹੀ ਹੈ। ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ COVID-19 ਦੇ ਪਸਾਰ ਦੇ ਮੁੱਦੇ ਉੱਤੇ ਜਾਗਰੂਕਤਾ ਫੈਲਾਉਣ ਲਈ ਡਾਕਟਰਸ, ਵਕੀਲਾਂ, ਹੈਲਥ ਕੇਅਰ ਪ੍ਰੋਫੈਸ਼ਨਲਜ਼, ਕਾਰੋਬਾਰੀ ਆਗੂਆਂ ਤੇ ਵਲੰਟੀਅਰਸ ਵੱਲੋਂ ਸਾਂਝੇ ਤੌਰ ਉੱਤੇ ਕੈਨੇਡੀਅਨ ਸਾਊਥ ਏਸ਼ੀਅਨ COVID-19 ਟਾਸਕ ਫੋਰਸ ਤਿਆਰ ਕੀਤੀ ਗਈ ਹੈ। ਇਹ ਗੈਰ ਸਿਆਸੀ ਆਰਗੇਨਾਈਜੇਸ਼ਨ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਤੇਜ਼ੀ ਨਾਲ ਫੈਲ ਰਹੀ COVID-19 ਮਹਾਮਾਰੀ ਨੂੰ ਠੱਲ ਪਾਉਣ ਲਈ ਜਾਗਰੂਕਤਾ ਫੈਲਾਉਣ ਉੱਤੇ ਕੇਂਦਰਿਤ ਹੈ। ਇਹ ਟੀਚਾ ਲੋਕਾਂ ਨੂੰ ਸਿੱਖਿਅਤ ਕਰਕੇ ਤੇ ਜਾਗਰੂਕ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਸਾਊਥ ਏਸ਼ੀਅਨ ਕਮਿਊਨਿਟੀ ਪੀਲ ਦੀ ਕੁੱਲ ਆਬਾਦੀ ਦਾ 1/3 ਹਿੱਸਾ ਹੈ, ਪਰ ਇਸ ਸਮੇਂ ਇੱਥੇ ਮਿਲੇ COVID-19 ਦੇ ਨਵੇਂ ਮਾਮਲਿਆਂ ਵਿੱਚੋਂ ਅੱਧੇ ਦੇ ਲਗਭਗ ਇਸ ਕਮਿਊਨਿਟੀ ਨਾਲ ਹੀ ਸੰਬੰਧਿਤ ਨੇ। ਇੱਥੇ ਦੱਸਣਾ ਬਣਦਾ ਹੈ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਬਹੁਤੇ ਮੈਂਬਰ ਅਸੈਂਸ਼ੀਅਲ ਵਰਕਰ ਨੇ ਤੇ ਕੈਨੇਡੀਅਨਸ ਨੂੰ ਹਾਈ ਰਿਸਕ ਏਰੀਆ ਵਿੱਚ ਜਾ ਕੇ ਫੂਡ ਸਪਲਾਈ, ਹੈਲਥ ਕੇਅਰ ਦੇ ਨਾਲ ਟਰਾਂਸਪੋਰਟੇਸ਼ਨ ਦੇ ਲੌਜਿਸਟਿਕਸ ਆਦਿ ਦੀ ਵੀ ਸਪਲਾਈ ਕਰਦੇ ਨੇ। ਕਈ ਅਜਿਹੇ ਘਰਾਂ ਵਿੱਚ ਰਹਿੰਦੇ ਨੇ ਜਿੱਥੇ ਸਿਹਤ ਪੱਖੋਂ ਹਾਲਾਤ ਬਹੁਤ ਵਧੀਆ ਨਹੀਂ ਨੇ। ਇਸ ਟਾਸਕ ਫੋਰਸ ਵੱਲੋਂ ਓਨਟਾਰੀਓ ਦੇ ਪੀਲ ਰੀਜਨ ਤੇ ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਹੈਲਥ ਅਥਾਰਟੀ ਨਾਲ ਜੁੜ ਕੇ ਪਬਲਿਕ ਹੈਲਥ ਅਧਿਕਾਰੀਆਂ ਨੂੰ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਸਮਝਾਉਣ ਤੇ ਸਿੱਖਿਅਤ ਕਰਨ ਦਾ ਵੀ ਯਤਨ ਕੀਤਾ ਜਾ ਰਿਹਾ ਹੈ। ਤੇ ਇਸੇ ਸੰਬੰਧੀ ਗੱਲਬਾਤ ਕਰਨ ਲਈ ਹੁਣ ਸਾਡੇ ਨਾਲ ਜੁੜ ਰਹੇ ਨੇ ਸਾਊਥ ਏਸ਼ੀਅਨ ਟਾਸਕ ਫੋਰਸ ਦੇ ਮੈਂਬਰ ਡਾਕਟਰ ਪ੍ਰਿਆ ਸ਼ਾਹ। ਹੈਲੋ ਪ੍ਰਿਆ, ਐਂਡ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਦ ਕਾਲ। ਨਮਸਤੇ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਅਸੀਂ ਦੇਖਿਆ ਹੈ ਬੀਤੇ ਕੁਝ ਮਹੀਨਿਆਂ ਤੋਂ ਟੋਰਾਂਟੋ ਹੋਏ, ਪੀਲ ਰੀਜਨ ਹੋਏ ਜਾਂ ਫਿਰ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਰੀਜਨ ਹੋਏ, ਬਹੁਤ ਹੀ ਕਲਚਰਲੀ ਡਾਈਵਰਸ ਰੀਜਨ ਹੈਗੇ ਨੇ ਤੇ ਇਹਨਾਂ ਰੀਜਨਸ ਵਿੱਚ ਹੀ ਜਿਹੜਾ COVID-19 ਦਾ ਡਾਟਾ ਹੈ ਉਹ ਡੇ ਬਾਏ ਡੇ ਉੱਪਰ ਜਾਂਦਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸਾਊਥ ਏਸ਼ੀਅਨ ਜ਼ਿਆਦਾ ਨੇ ਜੋ ਅਫੈਕਟਡ ਹੋ ਰਹੇ ਨੇ, ਇਸ ਲਈ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਕਿ ਜੋ ਰਿਸੋਰਸਿਸ ਹੈਗੇ ਨੇ ਉਹ ਇਸ ਕਮਿਊਨਿਟੀ ਤੱਕ ਕਲਚਰਲੀ ਡਾਈਵਰਸ ਲੈਂਗੁਏਜ ਵਿੱਚ ਪਹੁੰਚਾਏ ਜਾਣ। ਕੀ ਇਹੀ ਰੀਜ਼ਨ ਰਿਹਾ ਸਾਊਥ ਏਸ਼ੀਅਨ ਟਾਸਕ ਫੋਰਸ ਨੂੰ ਫਾਰਮ ਕਰਨ ਦਾ? ਹਾਂਜੀ, ਬਿਲਕੁਲ, ਤੁਸੀਂ ਬਿਲਕੁਲ ਸਹੀ ਗੱਲ ਕੀਤੀ। ਅਸੀਂ ਸਾਰੇ ਡਾਕਟਰਸ ਜੋ ਹੈਗੇ ਆ, ਅਸੀਂ ਇੱਕ ਚੀਜ਼ ਦੇਖੀ ਆ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆਲਮੋਸਟ ਇੰਨੇ ਨੰਬਰ ਵੱਧ ਚੁੱਕੇ ਆ COVID-19 ਦੇ, ਪਰ ਅਸੀਂ ਇੱਕ ਚੀਜ਼ ਅੰਡਰਲਾਈਨ ਦੇਖੀ ਕਿਉਂਕਿ ਮੈਂ ਕੋਵਿਡ ਅਸੈਸਮੈਂਟ ਸੈਂਟਰ ਦੇ ਵਿੱਚ ਕੰਮ ਕਰਦੀ ਆ ਕਿ ਸਭ ਤੋਂ ਕਾਮਨ ਚੀਜ਼ ਜਿਹੜੀ ਲੋਕਾਂ ਨੂੰ ਨਹੀਂ ਆਉਂਦੀ, ਭਾਸ਼ਾ ਦੀ ਪ੍ਰੋਬਲਮ ਆ। ਸੋ ਜਿਹੜੇ ਅਸੀਂ ਪੇਪਰ ਭੇਜਦੇ ਆ ਇੰਗਲਿਸ਼ ਦੇ ਵਿੱਚ ਆ ਜਾਂ ਫ੍ਰੈਂਚ ਦੇ ਵਿੱਚ ਹੈਗੇ ਆ ਜਾਂ ਕੁਝ ਹੋਰ ਲੈਂਗੁਏਜ, ਪਰ ਪੰਜਾਬੀ, ਹਿੰਦੀ, ਗੁਜਰਾਤੀ, ਕਨੇਡਾ, ਬੰਗਾਲੀ ਦੇ ਵਿੱਚ ਕੁਝ ਨਹੀਂ ਸੀਗਾ। ਸੋ ਇਸ ਕਰਕੇ ਅਸੀਂ ਇਸ ਟਾਸਕ ਫੋਰਸ ਨੂੰ ਬਣਾਇਆ ਕਿ ਅਸੀਂ ਆਪਣੇ ਲੋਕਾਂ ਨਾਲ ਖੁਦ ਗੱਲ ਕਰਕੇ ਉਹਨਾਂ ਨੂੰ ਸਮਝਾ ਸਕੀਏ ਕਿ COVID-19 ਕੀ ਹੈਗਾ ਤੇ ਕਿੱਦਾਂ ਇਹਨੂੰ ਰੋਕ ਸਕਦੇ ਹਾਂ। ਜੀ, ਸਪੈਸ਼ਲੀ ਇਸ ਟਾਸਕ ਫੋਰਸ ਦੀ ਗੱਲ ਕਰੀਏ ਤਾਂ ਕਿੰਨੇ ਮੈਂਬਰਸ ਹੈਗੇ ਨੇ ਜੋ ਇਸ ਦੇ ਵਿੱਚ ਇਨਵੋਲਵ ਨੇ ਤੇ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਟਾਸਕ ਫੋਰਸ? ਮੈਂਬਰਸ ਤਾਂ ਬਹੁਤ ਹੈਗੇ ਆ ਹੁਣ। ਸੋ ਜਦੋਂ ਦੇ ਅਸੀਂ ਸ਼ੁਰੂ ਕੀਤਾ ਆ 3 ਹਫ਼ਤੇ ਪਹਿਲਾਂ, ਇੰਨੇ ਵੋਲੰਟੀਅਰਸ ਆ ਰਹੇ ਆ। ਪਹਿਲਾਂ ਅਸੀਂ ਸਿਰਫ ਇੱਕ ਬਹੁਤ ਪੈਸ਼ਨੇਟ ਗਰੁੱਪ ਆਫ ਡਾਕਟਰ ਸੀਗੇ ਜਿਨ੍ਹਾਂ ਨੇ ਸ਼ੁਰੂ ਕੀਤਾ। ਉਸ ਤੋਂ ਬਾਅਦ ਲਾਇਰਸ, ਮੀਡੀਆ ਪਰਸਨਲ, ਪਬਲਿਕ ਹੈਲਥ ਅਫੀਸ਼ੀਅਲਸ, ਇੰਨੇ ਲੋਕ ਆ ਚੁੱਕੇ ਆ। ਸਟੂਡੈਂਟਸ ਜਿਹੜੇ ਵੋਲੰਟੀਅਰ ਕਰਨਾ ਚਾਹੁੰਦੇ ਆ, ਮੈਡੀਕਲ ਰੈਜ਼ੀਡੈਂਟਸ, ਤੁਸੀਂ ਪੁੱਛੋ ਨਾ, ਇੰਨੀ ਸਾਡੀ ਕਮਿਊਨਿਟੀ ਦੇ ਵਿੱਚ ਏਕਤਾ ਹੈਗੀ ਆ। ਤੇ ਸਾਰਿਆਂ ਦਾ ਸਿਰਫ ਇੱਕ ਹੀ ਏਮ ਆ, ਇੱਕ ਹੀ ਚੀਜ਼ ਆ ਕਿ ਅਸੀਂ ਸਾਰਿਆਂ ਨੂੰ ਸਮਝਾ ਸਕੀਏ ਕਿ COVID-19 ਕਰਕੇ ਸਾਨੂੰ ਘਰ ਰਹਿਣਾ ਚਾਹੀਦਾ, ਮਾਸਕ ਪਹਿਨਣਾ ਚਾਹੀਦਾ, ਲੋਕਾਂ ਤੋਂ ਡਿਸਟੈਂਸ ਰੱਖਣੀ ਚਾਹੀਦੀ ਆ ਤੇ AC ਦੇ ਨਾਲ ਅਸੀਂ ਇਸ ਬਿਮਾਰੀ ਨੂੰ ਰੋਕ ਸਕਦੇ ਹਾਂ। ਜੀ ਬਿਲਕੁਲ, ਜਦੋਂ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰਦੇ ਹਾਂ, ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਸਪੈਸੀਫਿਕਲੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਹੁੰਦਾ ਹੈ ਪਰ ਉਹ ਉਸ ਬਾਰੇ ਗੱਲ ਕਰਨ ਤੋਂ ਡਰਦੇ ਨੇ, ਉਸ ਚੀਜ਼ ਨੂੰ ਸਾਹਮਣੇ ਲਿਆਉਣ ਤੋਂ ਡਰਦੇ ਨੇ। ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਜਦੋਂ ਉਹਨਾਂ ਦੀ ਲੈਂਗੁਏਜ ਵਿੱਚ ਉਸ ਗੱਲ ਦੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤਾਂ ਜਿਹੜਾ ਇੱਕ ਐਂਗਜ਼ਾਈਟੀ ਹੁੰਦਾ ਹੈ ਉਸ ਨੂੰ ਘੱਟ ਕੀਤਾ ਜਾ ਸਕਦਾ ਹੈ? ਬਿਲਕੁਲ ਘੱਟ ਕਰ ਸਕਦੇ ਹਾਂ। ਜਿਹੜੀ ਅਸੀਂ ਐਜੂਕੇਸ਼ਨ ਕਰਦੇ ਹਾਂ, ਜੋ ਗਿਆਨ ਸਾਨੂੰ ਮਿਲਦਾ ਹੈ, ਉਹਦੇ ਨਾਲ ਸਾਨੂੰ ਸ਼ਕਤੀ ਮਿਲਦੀ ਹੈ, ਪਾਵਰ ਮਿਲਦੀ ਹੈ। ਜੇ ਅਸੀਂ ਸਮਝਾਂਗੇ ਕਿ ਇਹ ਬਿਮਾਰੀ ਕੀ ਆ, ਫਿਰ ਉਹ ਐਂਗਜ਼ਾਇਟੀ ਘਟ ਜਾਂਦੀ ਆ, ਰਾਈਟ? ਜੇ ਅਸੀਂ ਆਪਣੀ ਬੀਜੀ ਨਾਲ ਗੱਲ ਕਰ ਸਕੀਏ ਤੇ ਬੀਜੀ ਆਪਣੀ ਜਾ ਕੇ ਆਪਣੀ ਦੋਸਤ ਨਾਲ ਗੱਲ ਕਰ ਸਕਦੇ ਆ ਕਿ ਉਹ ਭੈਣ ਆ ਬਿਮਾਰੀ ਹੈਗੀ ਆ,
ਇਹਨੂੰ ਅਸੀਂ ਇਦਾਂ ਘਟਾਣਾ ਆ। ਜੇ ਕਿਸੇ ਨੂੰ ਪਤਾ ਉਹਨਾਂ ਨੂੰ ਹੈਗਾ ਹੈ ਤੇ ਸਾਨੂੰ ਮਿਲ ਚੁੱਕੇ ਆ, ਸਾਨੂੰ ਦੱਸੋ। ਤੇ ਉਹਦੇ ਨਾਲ ਐਂਜ਼ਾਇਟੀ ਘਟਦੀ ਆ। ਉਹਦਾ ਸਾਡਾ ਕਲਚਰ ਹੈਗਾ ਨਹੀਂ ਕਿ ਅਸੀਂ ਬਿਮਾਰੀ ਬਾਰੇ ਗੱਲ ਕਰੀਏ। ਪਰ ਕੁਝ ਸਾਲਾਂ ਤੋਂ ਆਈ ਥਿੰਕ ਐਜੂਕੇਸ਼ਨ ਰਾਹੀਂ ਅਸੀਂ ਇਹ ਚੀਜ਼ਾਂ ਨੂੰ ਥੋੜ੍ਹਾ ਘਟਾ ਰਹੇ ਹਾਂ ਸਾਡੀ ਕਮਿਊਨਿਟੀ 'ਚ। ਜੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਕਈ ਡਾਕਟਰਸ ਵੀ ਹੈਗੇ ਨੇ, ਹੋਰ ਵਲੰਟੀਅਰਸ ਹੈਗੇ ਨੇ, ਮੈਂਬਰਸ ਹੈਗੇ ਨੇ ਇਸ ਟਾਸਕ ਫੋਰਸ ਦੇ ਵਿੱਚ, ਬਟ ਕਿਸ ਤਰ੍ਹਾਂ ਦੇ ਰਿਸੋਰਸਿਸ ਯੂਜ਼ ਕੀਤੇ ਜਾ ਰਹੇ ਨੇ ਕਮਿਊਨੀਕੇਸ਼ਨ ਲਈ? ਸੋ ਹਰ ਚੀਜ਼ ਅਸੀਂ ਜਿਹੜੀ ਲੈ ਰਹੇ ਹਾਂ, ਅਸੀਂ ਬਿਲਕੁਲ ਸਟ੍ਰੇਟ ਪਬਲਿਕ ਹੈਲਥ ਦੀ ਲੈ ਰਹੇ ਹਾਂ। ਜੋ ਪਬਲਿਕ ਹੈਲਥ ਦੀ ਗਾਈਡਲਾਈਨਸ ਹੈਗੀਆਂ ਆ, ਅਸੀਂ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਜੇ ਅਸੀਂ ਕੋਈ ਵੀਡੀਓ ਇੰਸਟਾਗ੍ਰਾਮ, ਟਵਿੱਟਰ, ਫੇਸਬੁੱਕ ਦੇ ਉੱਤੇ ਬਣਾ ਕੇ ਭੇਜਦੇ ਹਾਂ, ਉਹ ਸਾਰਾ ਐਵੀਡੈਂਸ ਬੇਸਡ ਆ। ਜੋ ਡਾਕਟਰਾਂ ਨੇ ਜਾਂ ਪਬਲਿਕ ਹੈਲਥ ਨੇ ਗਾਈਡਲਾਈਨ ਬਣਾਈ ਆ, ਅਸੀਂ ਬਿਲਕੁਲ ਉਹੀ ਤੁਹਾਡੇ ਕੋਲ ਪਹੁੰਚਾ ਰਹੇ ਹਾਂ। ਕੋਈ ਕਿਤੋਂ ਹੋਰ ਚੀਜ਼ ਨਹੀਂ ਆ ਰਹੀ। ਜੀ, ਜਦੋਂ ਆਪਾਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਤਾਂ ਸਪੈਸੀਫਿਕ ਕੁਝ ਰੀਜਨਸ ਹੈਗੇ ਨੇ ਜਿੱਥੇ ਸਾਊਥ ਏਸ਼ੀਅਨ ਕਮਿਊਨਿਟੀ ਜ਼ਿਆਦਾ ਬੇਸਡ ਹੈਗੀ ਹੈ, ਜਿਵੇਂ ਬਰੈਂਪਟਨ ਦੀ ਗੱਲ ਕਰ ਲਈਏ ਜਾਂ ਫਿਰ ਮਿਸਿਸਾਗਾ ਦੀ ਗੱਲ ਕਰ ਲਈਏ। ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਹੋ ਸਕਦੇ ਨੇ ਕਿ ਇਹਨਾਂ ਰੀਜਨਸ ਵਿੱਚ ਕੋਵਿਡ-19 ਦੇ ਕੇਸਿਸ ਜ਼ਿਆਦਾ ਆ ਰਹੇ ਨੇ? ਸੋ ਜੇ ਅਸੀਂ ਆਪਣੀ ਕਮਿਊਨਿਟੀ ਨੂੰ ਦੇਖੀਏ, ਸਾਡੇ ਬਹੁਤ ਐਥਨੋ ਕਲਚਰਲ ਫੈਕਟਰਸ ਜੋ ਅਸੀਂ ਕਹਿੰਦੇ ਹੈਗੇ ਆ। ਸੋ ਸਾਡੇ ਘਰਾਂ ਦੇ ਵਿੱਚ ਇਹ ਨਹੀਂ ਹੁੰਦਾ ਕਿ ਸਿਰਫ ਮੰਮੀ ਡੈਡੀ ਤੇ ਬੱਚੇ ਰਹਿੰਦੇ ਆ। ਦਾਦਾ ਦਾਦੀ ਵੀ ਰਹਿ ਸਕਦੇ ਆ, ਬੱਚਿਆਂ ਦੇ ਬੱਚੇ ਵੀ ਰਹਿ ਸਕਦੇ ਆ। ਸੋ ਮਲਟੀ ਜਨਰੇਸ਼ਨਲ ਫੈਮਲੀਜ਼ ਰਹਿੰਦੀਆਂ ਆ। ਜ਼ਿਆਦਾਤਰ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਆ, ਉਹ ਐਸੈਂਸ਼ੀਅਲ ਵਰਕਰਸ ਆ। ਫੈਕਟਰੀਜ਼ 'ਚ ਕੰਮ ਕਰਦੇ ਨਰਸਿਸ ਹੈਗੇ, PSWs ਹੈਗੇ, ਡਾਕਟਰਸ ਹੈਗੇ ਆ। ਸੋ ਸਾਡਾ ਵਰਕ ਵੀ ਇਦਾਂ ਦਾ ਹੈ, ਅਸੀਂ ਘਰੋਂ ਕੰਮ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਲੋਕ, ਸਪੈਸ਼ਲੀ ਜਿਹੜੇ ਬਰੈਂਪਟਨ, ਮਿਸਿਸਾਗਾ, ਸਰੀ, ਨਾਰਥ ਈਸਟ ਕੈਲਗਰੀ ਇੱਦਾਂ ਦੀ ਜਗ੍ਹਾ 'ਚ ਰਹਿੰਦੇ ਆ। ਤੇ ਤੀਜੀ ਚੀਜ਼ ਜਿਹੜੀ ਹੈਗੀ ਆ, ਲੈਂਗੁਏਜ। ਬਹੁਤ ਸਾਰੇ ਲੋਕ ਆ, ਅਸੀਂ ਇੰਨਾ ਰਿਸਰਚ ਕਰਦੇ ਪਏ, ਅਸੀਂ ਇਹੀ ਦੇਖਦੇ ਪਏ ਹਾਂ ਕਿ ਕਿੰਨੇ ਲੋਕ ਇੰਗਲਿਸ਼ ਨਹੀਂ ਬੋਲਦੇ ਇਹ ਸਾਰੀਆਂ ਜਗ੍ਹਾ ਦੇ ਵਿੱਚ। ਸੋ ਜੇ ਅਸੀਂ ਕੋਈ ਕੋਵਿਡ ਅਸੈਸਮੈਂਟ ਸੈਂਟਰ 'ਚ ਆਊਗਾ ਜਾਂ ਐਮਰਜੈਂਸੀ ਰੂਮ 'ਚ ਆਊਗਾ, ਡਾਕਟਰ ਦੇ ਆਫਿਸ ਆਊਗਾ, ਅਸੀਂ ਇੰਗਲਿਸ਼ ਦੇ ਵਿੱਚ ਪੇਪਰ ਫੜਾ ਦਾਂਗੇ, ਉਹਨਾਂ ਨੂੰ ਕੀ ਸਮਝ ਆਊਗੀ, ਰਾਈਟ? ਸੋ ਬਹੁਤ ਸਾਰੇ ਫੈਕਟਰਸ ਆ ਜਿਹਦੇ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਇਹ ਜ਼ਿਆਦਾ ਫੈਲ ਰਿਹਾ। ਜੀ, ਅਸੀਂ ਦੇਖਿਆ ਕਿ 2 ਹਫ਼ਤੇ ਹੋਏ ਨੇ ਇਸ ਟਾਸਕ ਫੋਰਸ ਨੂੰ ਫਾਰਮ ਕੀਤੇ ਗਏ, ਇਫ ਆਈ ਐਮ ਨਾਟ ਰੋਂਗ। ਤੇ ਕੀ ਜਦੋਂ ਅਸੀਂ ਬੀਤੇ ਦਿਨੀ ਕੁਝ ਖਬਰਾਂ ਦੇਖੀਆਂ ਸੀਗੀਆਂ ਕਿ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਸਪੈਸੀਫਿਕਲੀ ਬਲੇਮ ਕੀਤਾ ਜਾ ਰਿਹਾ ਸੀ ਕਿ ਕੋਵਿਡ-19 ਵਧਣ ਦਾ ਕਾਰਨ ਇਹ ਕਮਿਊਨਿਟੀ ਹੈਗੀ ਹੈ, ਕਿ ਉਸ ਤੋਂ ਬਾਅਦ ਤੁਸੀਂ ਸੋਚਿਆ ਇਹ ਕਮਿਊਨਿਟੀ ਫਾਰਮ, ਇਹ ਟਾਸਕ ਫੋਰਸ ਫਾਰਮ ਕਰਨ ਦਾ? ਆਈ ਥਿੰਕ ਉਹ ਕੁਝ ਮਹੀਨਿਆਂ ਤੋਂ, ਰਾਈਟ, ਅਸੀਂ ਹਮੇਸ਼ਾ ਚੀਜ਼ਾਂ ਨੂੰ ਇੰਪਰੂਵ ਕਰ ਸਕਦੇ ਹਾਂ। ਐਮਰਜੈਂਸੀ ਰੂਮ ਡਾਕਟਰਸ ਜਿਹੜੇ ਸਾਡੇ ਨਾਲ ਇਨਵੋਲਵਡ ਹੈਗੇ, ਕੋਵਿਡ ਅਸੈਸਮੈਂਟ ਦੇ ਡਾਕਟਰਸ, ਅਸੀਂ ਸਾਰੇ ਦੇਖ ਰਹੇ ਹਾਂ ਕਿ ਯੂ ਨੋ ਵਾਟ, ਇਹ ਪ੍ਰੋਬਲਮ ਵੱਧ ਰਹੀ ਹੈ। ਯੈਸ, ਸਾਡੀ ਕਮਿਊਨਿਟੀ ਨੂੰ ਬਲੇਮ ਮਿਲ ਰਿਹਾ ਸੀਗਾ, ਪਰ ਉਹ ਇਕੱਲੀ ਇੱਕ ਚੀਜ਼ ਨਹੀਂ ਹੈ ਜਿਹੜਾ ਅਸੀਂ ਇਸ ਟਾਸਕ ਫੋਰਸ ਨੂੰ ਸ਼ੁਰੂ ਕਰਨ ਲਈ ਕੀਤਾ ਆ। ਅਸੀਂ ਇਸ ਕਰਕੇ ਕੀਤਾ ਹੈ, ਅਸੀਂ ਦੇਖਿਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਨੀਡ ਹੈਗੀ ਆ, ਸਾਨੂੰ ਲੈਂਗੁਏਜ ਪਹੁੰਚਾਉਣੀ ਪੈਣੀ ਆ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ICU ਸਾਰੇ ਭਰ ਜਾਣ ਸਾਡੇ ਲੋਕਾਂ ਦੇ ਨਾਲ। ਤੇ ਇਹ ਅਸੀਂ ਰੋਕ ਸਕਦੇ ਹਾਂ। ਬਹੁਤ ਸਿੰਪਲ ਚੀਜ਼ ਆ। ਜੇ ਤੁਸੀਂ ਸੋਚੋ ਕਿ ਇੱਕ ਘਰ ਦੇ ਵਿੱਚ ਜੇ ਇੱਕ ਬੰਦੇ ਨੂੰ ਹੋ ਜਾਵੇ, ਜੇ ਉਹ ਸਾਰੇ ਬੰਦੇ ਆਈਸੋਲੇਟ ਕਰ ਲੈਣ 10 ਤੋਂ 14 ਦਿਨ ਲਈ, ਡਿਪੈਂਡਿੰਗ ਔਨ ਜੋ ਗਾਈਡਲਾਈਨ ਹੈਗੀ ਆ ਉਸ ਟਾਈਮ ਤੇ, ਬਾਅਦ ਵਿੱਚ ਤੁਸੀਂ ਕੰਟੇਜੀਅਸ ਨਹੀਂ ਹੈਗੇ। ਜਸਟ ਮਾਸਕ ਪਹਿਨੋ ਜਦੋਂ ਤੁਸੀਂ ਬਾਹਰ ਜਾਓ, ਤੇ ਕਿਸੇ ਹੋਰ ਨੂੰ ਨਹੀਂ ਹੋ ਸਕਦਾ, ਰਾਈਟ? ਸੋ ਇਹ ਸਿੰਪਲ ਮੈਸੇਜਿੰਗ ਕਰਕੇ ਅਸੀਂ ਸੋਚਿਆ ਕਿ ਯੂ ਨੋ ਵਾਟ, ਨੀਡ ਹੈਗੀ ਆ। ਐਂਡ ਯੈਸ, ਦੀਵਾਲੀ ਆ ਰਹੀ ਸੀ, ਗੁਰਪੁਰਬ ਆ ਰਹੀ ਸੀਗੀ, ਤੇ ਅਸੀਂ ਮੀਡੀਆ ਦੇ ਵਿੱਚ ਜ਼ਰੂਰ ਦੇਖਿਆ ਆ, ਪਰ ਸਾਡਾ ਮੇਨ ਆਈਡੀਆ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਸਮਝਾ ਸਕੀਏ। ਜੀ ਪ੍ਰਿਆ, ਤੁਹਾਡੇ ਨਾਲ ਇਹ ਗੱਲਬਾਤ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਟੈਸਟਿੰਗ ਕਰਾਉਣ ਤੋਂ ਕਿਉਂ ਡਰ ਰਹੇ ਨੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪ੍ਰਿਆ, ਜਿਵੇਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਕਿ ਤੁਸੀਂ ਅਸੈਸਮੈਂਟ ਸੈਂਟਰ ਵਿੱਚ ਕੰਮ ਕਰਦੇ ਹੋ, ਤੇ ਅਸੀਂ ਦੇਖਿਆ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੀ ਆਪਾਂ ਸਪੈਸੀਫਿਕਲੀ ਗੱਲ ਕਰ ਰਹੇ ਹਾਂ ਕਿ ਉਹ ਟੈਸਟਿੰਗ ਕਰਾਉਣ ਤੋਂ ਡਰਦੇ ਨੇ। ਡੂ ਯੂ ਥਿੰਕ ਦੇयर ਇਜ਼ ਸਟਿਗਮਾ ਅਰਾਊਂਡ ਗੈਟਿੰਗ ਟੈਸਟਡ? ਮੈਂ ਇਹ ਨਹੀਂ ਕਹਿ ਸਕਦੀ ਕਿ ਸਟਿਗਮਾ ਅਰਾਊਂਡ ਟੈਸਟਡ ਆ। ਆਈ ਥਿੰਕ ਜ਼ਿਆਦਾ ਲੋਕ ਸਮਝਦੇ ਨਹੀਂ ਹੋ ਕਿ ਟੈਸਟਿੰਗ ਕਦੋਂ ਕਰਾਣੀ ਆ, ਕਿਉਂ ਕਰਾਣੀ ਆ, ਕਿੱਥੇ ਕਰਾਣੀ ਆ। ਸੋ ਇਸ ਚੀਜ਼ਾਂ ਦੀ ਜੇ ਅਸੀਂ ਐਜੂਕੇਸ਼ਨ ਆਪਣੀ ਲੈਂਗੁਏਜ ਰਾਹੀਂ ਦੇ ਸਕੀਏ, ਫਿਰ ਆਈ ਗੈਸ ਸਟਿਗਮਾ ਨਹੀਂ ਮੈਂ ਕਹਿ ਸਕਦੀ, ਪਰ ਮੈਂ ਕਹਿ ਸਕਦੀ ਹਾਂ ਕਿ ਸਾਨੂੰ ਉਹ ਪਾਵਰ ਮਿਲ ਸਕਦੀ ਹੈ ਸਮਝਣ ਲਈ ਕਿ ਕਦੋਂ ਇਹ ਚੀਜ਼ਾਂ ਕਰਾਉਣੀਆਂ ਚਾਹੀਦੀਆਂ ਹੈ। ਜੀ, ਕਿਉਂਕਿ ਤੁਸੀਂ ਆਪ ਅਸੈਸਮੈਂਟ ਸੈਂਟਰ ਵਿੱਚ ਕੰਮ ਕਰਦੇ ਹੋ, ਕਿ ਤੁਸੀਂ ਥੋੜਾ ਐਕਸਪਲੇਨ ਕਰ ਸਕਦੇ ਹੋ ਕਿ ਕਦੋਂ ਟੈਸਟਿੰਗ ਕਰਾਣੀ ਚਾਹੀਦੀ ਹੈ? ਸੋ
ਜਦੋਂ ਜਦੋਂ ਵੀ ਤੁਹਾਨੂੰ ਇਹ ਜਿਹੜੀ ਬਿਮਾਰੀ ਆ ਇਹ ਕੋਈ ਵੀ ਜਿੱਦਾਂ ਕੋਲਡ ਵਾਇਰਸ ਵਰਗੀ ਹੁੰਦੀ ਆ ਸੋ ਜੇ ਤੁਹਾਨੂੰ ਨਾਰਮਲੀ ਤੁਹਾਡਾ ਕਦੀ ਮੱਥਾ ਨਹੀਂ ਦੁਖਦਾ ਤੁਹਾਨੂੰ ਜ਼ੁਕਾਮ ਦੇ ਸਿੰਪਟਮਸ ਨਹੀਂ ਆਉਂਦੇ ਨੱਕ ਨਹੀਂ ਵਗਦਾ ਜੇ ਤੁਹਾਡਾ ਗਲਾ ਬਗਲਣਾ ਸ਼ੁਰੂ ਹੋ ਜਾਵੇ ਛਾਤੀ 'ਚ ਦਰਦ ਸਾਹ ਲੈਣ 'ਚ ਦਿੱਕਤ ਖੰਘ ਸ਼ੁਰੂ ਹੋ ਜਾਵੇ ਪੇਟ ਦੇ ਵਿੱਚ ਗੜਬੜ ਸ਼ੁਰੂ ਹੋ ਜਾਵੇ ਡਾਇਰੀਆ ਹੋ ਜਾਵੇ ਇਹ ਸਾਰੇ ਸਿੰਪਟਮਸ ਆ ਜੇ ਅੱਗੇ ਤੁਹਾਨੂੰ ਨਹੀਂ ਹੁੰਦੇ ਪਹਿਲਾਂ ਅਸੀਂ ਸੋਚਦੇ ਸੀ ਉਹ ਕੁਝ ਗਲਤ ਖਾ ਲਿਆ ਜਾਂ ਸਾਨੂੰ ਵੈਦਰ ਚੇਂਜ ਕਰਕੇ ਕੋਲਡ ਹੋ ਗਿਆ ਪਰ ਇਹ ਅਸੀਂ ਗਾਰੰਟੀ ਨਹੀਂ ਕਰ ਸਕਦੇ ਸੋ ਇਹ ਸਾਰੀ ਸਰਕਮਸਟੈਂਸ ਦੇ ਵਿੱਚ ਤੁਸੀਂ ਉਸ ਵੇਲੇ ਆਈਸੋਲੇਟ ਕਰੋ ਤੇ ਤੁਸੀਂ ਟੈਸਟਿੰਗ ਲਈ ਜਾਓ ਜੀ ਅਸੀਂ ਦੇਖਿਆ ਕਿ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਵੱਖ-ਵੱਖ ਰਿਸੋਰਸਿਸ ਦੇ ਜ਼ਰੀਏ ਤੁਸੀਂ ਕਮਿਊਨੀਕੇਟ ਕਰ ਰਹੇ ਹੋ ਬਟ ਹਾਊ ਕੈਨ ਵੀ ਬੀ ਮੋਰ ਟਰਾਂਸਪੇਰੈਂਟ ਕਿ ਕਮਿਊਨਿਟੀ ਨਾਲ ਇੱਕ ਸਿੱਧੇ ਤੌਰ ਤੇ ਇੱਕ ਡਿਸਕਸ਼ਨ ਕੀਤੀ ਜਾ ਸਕੇ ਉਹਨਾਂ ਦੀ ਰਾਏ ਜਾਣੀ ਜਾ ਸਕੇ ਕਿ ਕਿਉਂ ਉਹ ਅੱਗੇ ਨਹੀਂ ਆਉਂਦੇ ਨੇ ਜਾਂ ਫਿਰ ਜਦੋਂ ਉਹਨਾਂ ਨੂੰ ਕੋਈ ਸਿੰਪਟਮਸ ਹੈ ਉਹ ਕਿਸੇ ਨੂੰ ਨਹੀਂ ਦੱਸਦੇ ਨੇ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਜੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕੋਵਿਡ ਅਫੈਕਟਡ ਹੈਗਾ ਤਾਂ ਫਿਰ ਵੀ ਹੈਲਥ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹ ਸਖਤੀ ਨਾਲ ਫੋਲੋ ਨਹੀਂ ਹੁੰਦੀਆਂ ਤਾਂ ਟਰਾਂਸਪੇਰੈਂਸੀ ਕਿਵੇਂ ਆ ਸਕਦੀ ਹੈ ਉਸ ਡਿਸਕਸ਼ਨ ਦੇ ਵਿੱਚ So, I mean, ਇਸ ਵੇਲੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਐਜੂਕੇਸ਼ਨ ਰਾਹੀਂ ਸੋਸ਼ਲ ਮੀਡੀਆ ਥਾਣੀ ਟੀਵੀ ਥਾਣੀ ਰੇਡੀਓ ਥਾਣੀ ਅਸੀਂ ਸਾਰਿਆਂ ਨੂੰ ਸਮਝਾ ਸਕੀਏ ਆਲਸੋ ਅਸੀਂ ਇੱਕ ਵੈਬਸਾਈਟ ਬਣਾਈ ਹੈ southasiancovidtaskforce.ca ਜੇ ਤੁਸੀਂ ਉਹਦੇ ਉੱਤੇ ਜਾਣਦੇ ਆ ਉਸ ਵੈਬਸਾਈਟ ਦੇ ਉੱਤੇ ਸਾਰੀ ਸੁਵਿਧਾਵਾਂ ਅਸੀਂ ਸਾਰੇ ਰਿਸੋਰਸਸ ਇੱਕ ਵੈਬਸਾਈਟ ਦੇ ਉੱਤੇ ਪਾਏ ਆ ਜੇ ਤੁਸੀਂ ਜਾਣਨਾ ਚਾਹੁੰਦੇ ਆ ਕਿ ਜੇ ਮੈਨੂੰ ਕੋਵਿਡ ਹੋ ਗਿਆ ਜਿਹੜੇ ਮੇਰੇ ਬਹੁਤ ਪੇਸ਼ੈਂਟ ਮੈਨੂੰ ਕਹਿੰਦੇ ਆ ਕਿ ਮੈਂ ਘਰ ਰੋਟੀ ਕਿੱਦਾਂ ਲੈ ਕੇ ਆਉਂਗੀ ਮੈਂ ਕੰਮ ਨਹੀਂ ਕਰ ਸਕਦੀ ਰਾਈਟ ਤਾਂ ਉਹਦੇ ਵਿੱਚ ਅਸੀਂ ਉਹ ਲਿੰਕਸ ਸਾਰੇ ਡਾਲ ਰਹੇ ਹਾਂ ਕਿ ਤੁਸੀਂ ਕਿੱਦਾਂ ਅਪਲਾਈ ਕਰਨਾ ਆ ਕੈਨੇਡਾ ਰਿਕਵਰੀ ਬੈਨੀਫਿਟ ਲਈ ਜਾਂ ਤੁਹਾਡੇ ਕੀ ਰਾਈਟਸ ਹੈਗੇ ਆ EMPLOYEE ਰਾਹੀਂ EMPLOYER ਰਾਹੀਂ ਸੋ ਇਹ ਸਾਰੇ ਮੀਡੀਆ ਆਊਟਲੈਟਸ ਆਪਣੀ ਕਮਿਊਨਿਟੀ ਲੀਡਰਸ ਦੇ ਨਾਲ ਅਸੀਂ ਇੰਗੇਜ ਕਰਨਾ ਕਿ ਉਹ ਮੈਸੇਜ ਸਪਰੈਡ ਕਰ ਸਕੇ ਇਦਾਂ ਹੀ ਹੋ ਸਕਦਾ ਹੈ ਰਾਈਟ ਅਸੀਂ ਸਿਰਫ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਦੇਖਦੇ ਜਾਂ ਕਲੀਨਿਕਸ ਦੇ ਵਿੱਚ ਦੇਖਦੇ ਹਾਂ ਸਾਡੀ ਵੌਇਸ ਇੰਨੀ ਕਾ ਪਰ ਤੁਹਾਡੇ ਰਾਹੀਂ ਤੇ ਬਾਕੀ ਸਾਰੀ ਮੀਡੀਆ ਆਊਟਲੈਟਸ ਰਾਹੀਂ ਸਾਡੀ ਵੌਇਸ ਇਦਾਂ ਪਹੁੰਚ ਸਕਦੀ ਹੈ ਜਿਹੜੀ ਆਲਰੇਡੀ ਅਸੀਂ ਡਿਫਰੈਂਸ ਦੇਖ ਰਹੇ ਹਾਂ Ji, Priya, it's good to see that many doctors have stepped up and they are thinking about the community, they are giving back to the community. कई volunteers भी आगे आए ने, but जे क्योंकि हर चीज़ ਲਈ फंडिंग ਦੀ ਲੋੜ ਹੁੰਦੀ ਹੈ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕਿਸੇ ਗਵਰਨਮੈਂਟ ਵੱਲੋਂ ਜਾਂ ਆਰਗੇਨਾਈਜੇਸ਼ਨਸ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਰਿਸੋਰਸਸ ਲਈ No, ਬਿਲਕੁਲ ਨਹੀਂ ਅਸੀਂ grassroots non-political volunteer based organization ਆ so ਜਿਹੜੇ ਵੀ doctors lawyers media volunteers ਜਿੰਨੇ ਵੀ ਲੋਕ ਆਏ ਆ ਸਾਰਿਆਂ ਦੇ ਬਸ ਇੱਕ ਕਾਮਨ ਥੀਮ ਆ ਸਾਰੇ ਸੇਵਾ ਕਰਨਾ ਚਾਹੁੰਦੇ ਆ ਤੇ ਸਾਡੀ ਕਮਿਊਨਿਟੀ ਨੂੰ ਇਸ ਬਿਮਾਰੀ ਚੋਂ ਨਿਕਾਲਣਾ ਚਾਹੁੰਦੇ ਆ ਜੀ ਐਸ ਯੂ ਮੈਂਸ਼ਨ ਇਨ ਦ ਬਿਗਨਿੰਗ ਕਿ ਕਾਫੀ ਮੈਂਬਰਸ ਹੁਣ ਇਸ ਟਾਸਕ ਫੋਰਸ ਵਿੱਚ ਜੁੜ ਚੁੱਕੇ ਨੇ ਪਰ ਜੋ ਕੋਈ ਹੁਣ ਜੋ ਸਾਰਾ ਇੰਟਰਵਿਊ ਤੁਹਾਡਾ ਦੇਖ ਰਹੇ ਨੇ ਤੁਹਾਡੀ ਗੱਲ ਸੁਣ ਰਹੇ ਨੇ ਉਹ ਹੋਰ ਲੋਕ ਇਸ ਨਾਲ ਜੁੜਨਾ ਚਾਹੁੰਦੇ ਨੇ ਤਾਂ ਕਿਸ ਤਰ੍ਹਾਂ ਜੁੜ ਸਕਦੇ ਨੇ ਪਲੀਜ਼ ਤੁਸੀਂ ਸਾਡੇ ਨਾਲ ਵੋਲੰਟੀਅਰ ਕਰੋ ਜਿੰਨੇ ਲੋਕ ਅਸੀਂ ਲੈ ਸਕਦੇ ਹਾਂ ਉਨੇ ਸਾਡੇ ਲਈ ਅਸੀਂ ਇਸ ਬਿਮਾਰੀ ਨੂੰ ਕਾਂਕਰ ਕਰ ਸਕਾਂਗੇ ਸੋ ਸਾਡੇ ਜਿਹੜਾ ਵੈਬ ਪੇਜ ਹੈਗਾ ਆ ਸਾਊਥ ਏਸ਼ੀਅਨ ਕੋਵਿਡ ਟਾਸਕ ਫੋਰਸ ਉਹਦੇ ਉੱਤੇ ਇੱਕ ਵੋਲੰਟੀਅਰ ਸਾਈਨ ਅਪ ਹੈਗਾ ਆ ਤੁਸੀਂ ਵੋਲੰਟੀਅਰ ਸਾਈਨ ਕਰ ਸਕਦੇ ਹੋ ਉੱਥੇ ਇੱਕ ਈਮੇਲ ਹੈਗੀ ਜੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਜੇ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜਸ ਇੰਸਟਾਗ੍ਰਾਮ ਫੇਸਬੁੱਕ ਤੇ ਟਵਿੱਟਰ ਰਾਹੀਂ ਸਾਡੇ ਨਾਲ ਕਨੈਕਟ ਕਰਨਾ ਚਾਹੁੰਦੇ ਤੁਸੀਂ ਉਹ ਵੀ ਕਰ ਸਕਦੇ ਹੋ ਜੀ ਪ੍ਰਿਆ ਜੀ ਅਸੀਂ ਦੇਖਿਆ ਸੀ ਜਦੋਂ ਇਹ ਟਾਸਕ ਫੋਰਸ ਫਾਰਮਡ ਹੋਈ ਸੀ ਤਾਂ ਅਲੱਗ-ਅਲੱਗ ਫੇਥ ਬੇਸ ਸੀਗੀ ਸਿੱਖ ਟਾਸਕ ਫੋਰਸ ਹਿੰਦੂ ਟਾਸਕ ਫੋਰਸ ਮੁਸਲਿਮ ਟਾਸਕ ਫੋਰਸ ਬਟ ਉਦੋਂ ਕਾਫੀ ਕੁਐਸਚਨਸ ਵੀ ਰੇਜ਼ ਹੋਏ ਹੁਣ ਅਸੀਂ ਦੇਖਿਆ ਕਿ ਇਸ ਨੂੰ ਕੋਲੈਬੋਰੇਟ ਕਰਕੇ ਸਾਊਥ ਏਸ਼ੀਅਨ ਟਾਸਕ ਫੋਰਸ ਕਰ ਦਿੱਤਾ ਗਿਆ ਹੈ ਕਾਰਨ ਜਾਣਨਾ ਚਾਹਾਂਗੇ ਆਈ ਥਿੰਕ ਉਹ ਅੰਡਰਲਾਈਨ ਸਾਡੀ ਇਹੀ ਚੀਜ਼ ਸੀਗੀ ਕਿ ਅਸੀਂ ਸਾਰਿਆਂ ਨੂੰ ਲੈਂਗੁਏਜ ਪਹੁੰਚਾ ਸਕੀਏ ਜਦੋਂ ਅਸੀਂ ਸ਼ੁਰੂ ਦੇ ਵਿੱਚ ਹਰ ਚੀਜ਼ ਸ਼ੁਰੂ ਕਰਦੇ ਹਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਦਾਂ ਸ਼ੁਰੂ ਕਰੀਏ ਸੋ ਅਸੀਂ ਸ਼ੁਰੂ ਕਰਤੀ ਪਰ then ਅਸੀਂ ਦੇਖਿਆ ਕਿ ਐਂਡ ਦੇ ਵਿੱਚ ਸਾਡਾ ਮੈਸੇਜ ਇੱਕ ਹੀ ਆ ਰਾਈਟ ਸਾਊਥ ਏਸ਼ੀਅਨ ਲੋਕ ਅਸੀਂ ਸਾਡੇ ਕਲਚਰਸ ਵੈਰੀ ਸਿਮਿਲਰ ਹੈਗੇ ਆ ਸਿਰਫ ਲੈਂਗੁਏਜ ਤੋਂ ਅਸੀਂ ਵੈਰੀ ਕਰਦੇ ਹਾਂ ਸੋ ਇੱਕ ਅੰਬ੍ਰੇਲਾ ਦੇ ਨਾਲ ਅਸੀਂ ਸਾਰੇ ਰਿਸੋਰਸਸ ਇੱਕ ਪਾਸੇ ਲਗਾ ਕੇ ਅਸੀਂ ਜ਼ਿਆਦਾ ਜ਼ੋਰ ਦੇ ਸਕਦੇ ਹਾਂ ਆਪਣੀ ਕਮਿਊਨਿਟੀ ਨੂੰ ਤੇ ਅਸੀਂ ਸਮਝਾ ਸਕਦੇ ਹਾਂ ਕਿ ਅਸੀਂ ਸਾਰੇ ਇੱਕ ਆ ਅਸੀਂ ਸਾਡਾ ਮੈਸੇਜ ਇੱਕ ਆ ਸਾਡੀ ਸਿਚੁਏਸ਼ਨ ਸੇਮ ਆ ਤੇ ਅਸੀਂ ਸਾਰੇ ਮਿਲ ਕੇ ਇਸ ਬਿਮਾਰੀ ਨੂੰ ਰੋਕ ਸਕਦੇ ਹਾਂ ਜੀ ਕਰੀਬ 2 ਹਫ਼ਤੇ ਹੋ ਚੁੱਕੇ ਨੇ ਟਾਸਕ ਫੋਰਸ ਨੂੰ ਫਾਰਮ ਕੀਤੇ ਹੋਏ ਡੂ ਯੂ ਥਿੰਕ ਕਿ ਹੁਣ ਤੱਕ ਕੋਈ ਡਿਫਰੈਂਸ ਆਇਆ ਆਈ ਥਿੰਕ ਹੌਲੀ ਹੌਲੀ ਸਾਰੀ ਚੀਜ਼ਾਂ ਆ ਰਹੀਆਂ ਆ
ਪਹਿਲਾਂ ਸਾਨੂੰ ਵੋਲੰਟੀਅਰਸ ਨਹੀਂ ਲੱਭਦੇ ਸੀ, ਹੁਣ ਵੋਲੰਟੀਅਰਸ ਆ ਗਏ ਆ, ਸਾਡੇ ਮੀਡੀਆ ਪੇजेस ਖੁੱਲ ਗਏ ਆ, ਲੋਕਾਂ ਦੀ ਰਿਸਪਾਂਸ ਬਹੁਤ ਅੱਛੀ ਆ ਰਹੀ ਹੈ, ਸਾਨੂੰ ਈਮੇਲਸ ਆ ਰਹੀਆਂ ਜਿੱਦਾਂ ਤੁਸੀਂ ਕਹਿੰਦੇ ਸੀ, ਲੋਕਾਂ ਦੀ ਜਿਨ੍ਹਾਂ ਨੂੰ ਕੰਸਰਨਸ ਹੈਗੀਆਂ ਕਿ ਮੈਂ ਟੈਸਟਿੰਗ ਕਿੱਥੇ ਜਾਵਾਂ, ਮੈਂ ਕਿੱਦਾਂ ਕਰਾਵਾਂ, ਮੈਂ ਬੁੱਕ ਕਿੱਦਾਂ ਕਰਾਂ, ਕੀ ਮੇਰੇ ਰਾਈਟਸ ਹੈਗੇ ਆ, ਇਹ ਸਾਰੀਆਂ ਸਾਨੂੰ ਕਮਿਊਨਿਟੀ ਆਊਟਰੀਚ ਰਾਹੀਂ ਇਨਫੋਰਮੇਸ਼ਨ ਮਿਲ ਰਹੀ ਆ। ਸੋ ਅਸੀਂ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਇੰਪਰੂਵ ਕਰ ਰਹੇ ਹਾਂ। And what are you looking to achieve in coming days? Honestly, ਮੇਰਾ ਸਿਰਫ ਇੱਕ ਹੀ, ਸਾਡੇ ਸਾਰਿਆਂ ਦਾ ਬਸ ਇੱਕ ਹੀ ਚੀਜ਼ ਆ ਕਿ COVID-19 ਸਾਡੀ ਕਮਿਊਨਿਟੀ ਦੇ ਵਿੱਚ ਘਟ ਜਾਵੇ ਤੇ ਸਾਨੂੰ, ਅਸੀਂ ਸਾਰਿਆਂ ਨੂੰ ਬਚਾ ਸਕੀਏ, ਕਿਉਂਕਿ ਅਸੀਂ ਸਾਰੇ ਥੱਕ ਚੁੱਕੇ ਹਾਂ, ਰਾਈਟ? ਬਹੁਤ ਮਹੀਨੇ ਹੋ ਗਏ ਇਸ ਬਿਮਾਰੀ ਨੂੰ, ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਘਰ ਰਹੀਏ, ਪਰ ਟੈਸਟਿੰਗ ਨਹੀਂ ਹੋ ਰਹੀ, ਬਹੁਤ ਚੀਜ਼ਾਂ ਨਹੀਂ ਹੋ ਰਹੀਆਂ, ਪਰ ਜੇ ਅਸੀਂ ਤੁਹਾਨੂੰ ਇਹ ਮੈਸੇਜ ਪਹੁੰਚਾ ਸਕਦੇ ਹਾਂ ਤੇ ਤੁਸੀਂ ਘਰ ਰਹਿ ਸਕਦੇ, ਮਾਸਕ ਪਹਿਨ ਸਕਦੇ ਆ, ਡਿਸਟੈਂਸ ਰਿਮੈਂਬਰ ਰੱਖਿਓ ਕਿ ਡਿਸਟੈਂਸ ਰੱਖਣੀ ਆ, ਤੇ ਸਾਰੀ ਚੀਜ਼ਾਂ ਨਾਲ ਜੇ COVID-19 ਦੇ ਰੇਟਸ ਨੀਚੇ ਜਾ ਸਕਦੇ ਆ ਤੇ ਸਾਡਾ ਕੰਮ ਹੋ ਗਿਆ। ਦੈਟਸ ਇਟ। ਸਾਡੀ ਕਮਿਊਨਿਟੀ ਬਚ ਗਈ ਜੀ। ਪਹਿਲਾਂ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਕਿ COVID-19 ਕੀ ਹੈ, ਕਿਵੇਂ ਉਸਦੇ ਸਿੰਪਟਮਸ ਦੇਖਣੇ ਚਾਹੀਦੇ ਹੈ, ਕਦੋਂ ਟੈਸਟਿੰਗ ਕਰਾਉਣੀ ਚਾਹੀਦੀ ਹੈ, ਇਸ ਬਾਰੇ ਇਨਫੋਰਮੇਸ਼ਨ ਤੁਸੀਂ ਦੇ ਰਹੇ ਹੋ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਕੈਨੇਡੀਅਨਸ ਨੂੰ ਹੁਣ ਖਾਸ ਤੌਰ ਤੇ ਸਾਊਥ ਏਸ਼ੀਅਨਸ ਦੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਕੋਲ ਇਹ ਇਨਫੋਰਮੇਸ਼ਨ ਵੀ ਪਹੁੰਚਣੀ ਚਾਹੀਦੀ ਹੈ ਕਿ ਵੈਕਸੀਨ ਕਦੋਂ ਅਵੇਲੇਬਲ ਹੋਏਗੀ, ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚੇਗੀ, ਕਿਸ ਨੂੰ ਵੈਕਸੀਨ ਦੀ ਲੋੜ ਹੈਗੀ ਹੈ, ਕਿ ਤੁਸੀਂ ਅੱਗੇ ਚੱਲ ਕੇ ਇਹ ਰਿਸੋਰਸਿਸ ਵੀ ਐਡ ਕਰੋਗੇ? ਯੈਸ, ਡੈਫੀਨਿਟਲੀ। ਅਸੀਂ ਸਾਰੇ ਐਸਪੈਕਟ ਅਸੀਂ ਸਾਰੇ ਦੇਖ ਰਹੇ ਹਾਂ, ਕਿਉਂਕਿ ਇਹ ਇੱਕ ਬਹੁਤ ਮਹੱਤਵਪੂਰਨ ਕੁਐਸਚਨ ਹੈ ਜਿਹੜੇ ਸਾਰਿਆਂ ਨੇ ਸਾਨੂੰ ਪੁੱਛ ਰਹੇ ਆ, ਤੇ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਰਿਸਰਚ ਆ ਰਿਹਾ ਵਾ ਅਮਰੀਕਾ ਤੋਂ, ਕੈਨੇਡਾ ਤੋਂ, ਔਰ ਪਿਛਲੇ ਸਾਲਾਂ ਤੋਂ, ਕਿ ਵੈਕਸੀਨ ਅਪਟੇਕ ਸਾਡੀ ਕਮਿਊਨਿਟੀਜ਼ ਦੇ ਵਿੱਚ, ਕਿਹੜੀ ਕਮਿਊਨਿਟੀਆਂ ਦੇ ਵਿੱਚ ਘੱਟ ਆ, ਕਿਹਨਾਂ ਵਿੱਚ ਜ਼ਿਆਦਾ ਆ, ਕਿੱਦਾਂ ਮੈਸੇਜ ਪਹੁੰਚਾਇਆ ਸਕੇ। ਸੋ ਉਹ ਵੀ ਸਾਡਾ ਮਿਸ਼ਨ ਹੈਗਾ ਆ। ਸੋ ਕਿਉਂਕਿ ਉਹਦੇ ਨਾਲ ਵੀ COVID-19 ਦਾ ਟ੍ਰਾਂਸਮਿਸ਼ਨ ਨੀਚੇ ਜਾਊਗਾ। ਸੋ ਅਲਟੀਮੇਟਲੀ ਸਾਡਾ ਇਹ ਗੋਲ ਹੈ ਕਿ ਅਸੀਂ ਜ਼ਿੰਦਗੀ ਬਚਾਈਏ, ਤੇ ਹਰ ਮੀਡੀਅਮ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਪਹੁੰਚਾ ਸਕੀਏ। ਜੀ ਬਿਲਕੁਲ, ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਜਿਹੜੀ ਹੈਲਥ ਗਾਈਡਲਾਈਨਸ ਹੈਗੀਆਂ ਉਹਨਾਂ ਨੂੰ ਸਖਤੀ ਨਾਲ ਫੋਲੋ ਕਰੇ, ਪਰ ਅੰਤ ਵਿੱਚ ਤੁਸੀਂ ਆਪਣੇ ਵੱਲੋਂ ਖਾਸ ਤੌਰ ਤੇ ਸਾਡੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ? ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਪਲੀਜ਼ ਜੇ ਤੁਹਾਨੂੰ ਬਾਹਰ ਨਹੀਂ ਜਾਣ ਦੀ ਜ਼ਰੂਰਤ, ਤੁਸੀਂ ਬਾਹਰ ਨਾ ਜਾਓ, ਤੁਸੀਂ ਘਰ ਦੇ ਅੰਦਰ ਰਹੋ। ਜੇ ਬਾਹਰ ਜਾਣਾ ਵੀ ਪਵੇ ਤੁਸੀਂ ਮਾਸਕ ਪਹਿਨੋ, ਤੁਸੀਂ 6 ਫੁੱਟ ਦੀ ਡਿਸਟੈਂਸ ਰੱਖੋ, ਹੱਥ ਧੋਂਦੇ ਰਹੋ, ਤੇ ਇਸ ਬਿਮਾਰੀ ਨੂੰ ਅਸੀਂ ਰੋਕ ਸਕਦੇ ਹਾਂ। ਕਿਸੇ ਦੇ ਘਰ ਚਾਲ ਹੀ ਨਾ ਜਾਓ, ਜੇ ਕਿਸੇ ਦੇ ਬੇਬੀ ਹੋਏ ਉਹਨਾਂ ਨੂੰ ਨਾ ਮਿਲਣ ਜਾਓ। ਅੱਜ ਕੱਲ੍ਹ ਸਾਡੇ ਕੋਲ ਟੈਕਨੋਲੋਜੀ ਹੈਗੀ, WhatsApp ਹੈਗੀ, ਅਸੀਂ ਇਹ ਸਾਰੀ ਚੀਜ਼ਾਂ ਰਾਹੀਂ ਹਲੇ ਵੀ ਆਪਣੇ ਲੋਕਾਂ ਨੂੰ ਮਿਲ ਸਕਦੇ ਹਾਂ ਟੈਕਨੋਲੋਜੀ ਰਾਹੀਂ, ਪਰ ਤੁਸੀਂ ਇਨ ਪਰਸਨ ਕਿਸੇ ਨੂੰ ਨਾ ਮਿਲੋ, ਆਪਣੇ ਘਰ ਦੇ ਵਿੱਚ ਹੀ ਰਹੋ। ਧੰਨਵਾਦ। ਜੀ ਬਿਲਕੁਲ, ਸਮੇਂ ਦੀ ਮੰਗ ਹੈਗੀ ਹੈ ਕਿ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹੈਲਥ ਗਾਈਡਲਾਈਨਸ ਨੂੰ ਫੋਲੋ ਕਰੇ। ਥੈਂਕ ਯੂ ਸੋ ਮਚ ਪ੍ਰਿਆ ਫॉर ਜੁਆਇਨਿੰਗ ਦ ਕਾਲ ਐਂਡ ਸ਼ੇਅਰਿੰਗ ਦਿਸ ਇਨਫੋਰਮੇਸ਼ਨ ਵਿਦ ਅਸ। ਥੈਂਕ ਯੂ। ਸੋ ਹੁਣ ਤੱਕ ਲਈ ਬਸ ਇੰਨਾ ਹੀ। ਉਮੀਦ ਕਰਦੇ ਹਾਂ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।